ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਲੈਸਨ 15 ਕਮੀਆਂ ਦਾ ਬੇੜਾ। ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ। ਜਿੱਥੇ ਤੰਗ ਨਾ ਸਮਝੇ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ। ਵਿਆਖਿਆ। ਕਵੀ ਧਰਤੀ ਮਾਂ ਨੂੰ ਕਹਿੰਦਾ ਹੈ ਕਿ ਤੇਰਾ ਮਨ ਪਰਚਾਉਣ ਲਈ ਤਾਂ ਹੋਰ ਬਥੇਰੇ ਚੰਨ ਹਨ ਤੇ ਤੈਨੂੰ ਦਲਿੱਤਾਂ ਅਤੇ ਦੁੱਖਾਂ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਸੂਰਜ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਕਮੀਆਂ ਦੇ ਬੇੜੇ ਵਿੱਚ ਚਮਕਦਾ ਰਹੇ ਤੇ ਉਹਨਾਂ ਦੀ ਅੱਖਾਂ ਭਰੇ ਜੀਵਨ ਦਾ ਅਹਿਸਾਸ ਕਰਾਉਂਦਾ ਰਹੇ। ਇਹ ਵੇੜੇ ਉਹ ਵੀ ਹਨ ਜਿੱਥੇ ਦੁੱਖਾਂ ਤਕਲੀਫਾਂ ਤੇ ਤੰਗ ਲੋਕ ਆਪਣੀਆਂ ਤੰਗੀਆਂ ਤੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇੱਥੇ ਉਹਨਾਂ ਦੇ ਅੰਦਰੋਂ ਨਿਕਲਣ ਵਾਲੀਆਂ ਦੁੱਖ ਭਰੀਆਂ ਆਵਾਜ਼ਾਂ ਨੂੰ ਦਬਾਉਣ ਲਈ ਸਰਮਾਏਦਾਰ, ਜਾਗੀਰਦਾਰ ਤਾਕਤਾਂ ਉਹਨਾਂ ਦੀਆਂ ਸੰਗੀਆਂ ਨੂੰ ਅੰਗੂਠਿਆਂ ਨਾਲ ਦਬਾ ਦਿੰਦੇ ਹਨ। ਜਿੱਥੇ ਬੱਚਿਆਂ ਨੂੰ ਆਪਣੇ ਵਾਲ ਸੰਵਾਰਨ ਲਈ ਕੰਘੀ ਵੀ ਨਹੀਂ ਮਿਲਦੀਆਂ, ਉਹਨਾਂ ਦੇ ਨੱਕ ਵਗਦੇ ਰਹਿੰਦੇ ਹਨ, ਅੱਖਾਂ ਰੋਗਾਂ ਕਾਰਨ ਚੁੰਗੀਆਂ ਹੋ ਜਾਂਦੀਆਂ ਹਨ ਤੇ ਦੰਦ ਕਰੇੜੇ ਨਾਲ ਭਰੇ ਰਹਿੰਦੇ ਹਨ। ਜਿੱਥੇ ਲੋਕ ਬੜੇ ਮਜਬੂਰ ਜਿਹੇ, ਦਿੱਲੀ ਦੇ ਦਿਲ ਤੋਂ ਦੂਰ ਜਿਹੇ ਤੇ ਭੁੱਖਾਂ ਵਿੱਚ ਮੈਸੂਰ ਜਿਹੇ, ਜਿੱਥੇ ਮਰ ਕੇ ਚਾਂਬਲ ਜਾਵਦੇ ਹਨ ਭੂਤ ਜਠੇਰੇ। ਵਿਆਖਿਆ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਇਹ ਕਾਮੇ ਮਜਬੂਰ ਤੇ ਲਾਚਾਰ ਪ੍ਰਤੀਤ ਆਉਂਦੇ ਹਨ। ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਅਣਗਿਣਤ ਮਜ਼ਦੂਰ ਰਹਿੰਦੇ ਹਨ ਪਰ ਫਿਰ ਵੀ ਦਿੱਲੀ ਦੇ ਦਿਲ ਤੋਂ ਦੂਰ ਹਨ। ਭਾਵ ਇਹ ਬੇਰੁਜ਼ਗਾਰ ਤੇ ਮੁਹਤਾਜ ਹਨ। ਉਹਨਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਰੋਟੀ ਦਿਨ ਤਾਂ ਉਹਨਾਂ ਦਾ ਭੁੱਖਿਆਂ ਦਾ ਨਿਕਲਦਾ ਹੈ, ਮਰਨ ਤੋਂ ਬਾਅਦ ਇਹਨਾਂ ਦੇ ਵੱਡੇ ਵਡੇਰੇ ਮੱਛਰ ਜਾਂਦੇ ਹਨ। ਜਿੱਥੇ ਬੰਦਾ ਜੰਮਦਾ ਸੀਰੀ ਹੈ, ਟਕਿਆਂ ਦੀ ਸੀਰੀ ਪੀਰੀ ਹੈ। ਜਿੱਥੇ ਕਰਜ਼ੇ ਹੇਠ ਪੰਜੀਰੀ ਹੈ, ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਮੰਜਦੇ ਜਿਹੜੇ। ਕਵੀ ਕਹਿੰਦਾ ਹੈ ਕਿ ਇਹ ਗਰੀਬ ਕਾਮੇ ਦਾ ਪੁੱਤਰ ਕਾਮਾ ਹੀ ਮਜ਼ਦੂਰ ਹੈ। ਪੈਦਾ ਹੋ ਕੇ ਵੀ ਉਸ ਨੂੰ ਮਜ਼ਦੂਰੀ ਹੀ ਕਰਨੀ ਪੈਂਦੀ ਹੈ। ਥੋੜ੍ਹੇ ਬਹੁਤੇ ਪੈਸਿਆਂ ਨਾਲ ਹੀ ਉਹ ਅਮੀਰ ਗਰੀਬ ਹੁੰਦੇ ਹਨ। ਉਹਨਾਂ ਦੇ ਘਰ ਬੱਚਾ ਪੈਦਾ ਹੋਣ ਤੇ ਬੱਚੇ ਦੀ ਮਾਂ ਲਈ ਪੰਜੀਰੀ ਵੀ ਕਰਜ਼ਾ ਲੈ ਕੇ ਬਣਾਉਣੀ ਪੈਂਦੀ ਹੈ। ਉਹ ਵਿਚਾਰੇ ਅਸਮਰਥ ਹਨ। ਅੱਗੋਂ ਜੰਮਣ ਵਾਲੇ ਪੁੱਤਰ ਆਪਣੇ ਪਿਓ ਦਾ ਕਰਜ਼ਾ ਉਤਾਰਨ ਦੇ ਹੀ ਜਿਸ ਵਾਰ ਬਣਦੇ ਹਨ, ਉਹਨਾਂ ਦੀ
ਕਰਜ਼ੇ ਦੀ ਇਹੀ ਮਾਰ ਪੀੜ੍ਹੀ ਦਰ ਪੀੜ੍ਹੀ ਤੁਰਦੀ ਚਲੀ ਜਾਂਦੀ ਹੈ। ਜੇ ਸੋਕਾ ਇਹੀ ਜਰਦੇ ਨੇ, ਜੇ ਧੋਖਾ ਇਹੀ ਮਰਦੇ ਨੇ, ਸਭ ਕਹਿਰ ਇਨ੍ਹਾਂ 'ਤੇ ਵਰਦੇ ਨੇ। ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ। ਉਪਰੋਕਤ ਸੰਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਇਨ੍ਹਾਂ ਕਾਮਿਆਂ ਨੂੰ ਜੀਵਨ ਵਿੱਚ ਆ ਰਹੀਆਂ ਤੰਗੀਆਂ ਨੂੰ ਜਰਨ ਪੈਂਦਾ ਹੈ। ਸ਼ੁਰੂ ਤੋਂ ਅੰਗ ਤੰਗ ਇਹੀ ਸੁੱਖ ਤਕਲੀਫਾਂ ਨੂੰ ਸਹਿਣ ਕਰਦੇ ਹੋਏ ਮਰ ਜਾਂਦੇ ਹਨ। ਇਹਨਾਂ ਤੋਂ ਕਈ ਤਰ੍ਹਾਂ ਦੇ ਕਸ਼ਟ ਆਉਂਦੇ ਹਨ। ਕਈ ਵਾਰ ਕਿਸਾਨ ਮਜ਼ਦੂਰਾਂ ਦੀਆਂ ਤਾਂ ਫਸਲਾਂ ਵੀ ਉਹਨਾਂ ਦੇ ਅਰਮਾਨ ਤੋੜ ਜਾਂਦੀਆਂ ਹਨ, ਜਿਸ ਰਾਹੀਂ ਇਹਨਾਂ ਨੂੰ ਜ਼ਰੂਰਤ ਰੁਜ਼ਗਾਰ ਮਿਲਣਾ ਸੀ। ਤੂੰ ਆਪਣਾ ਆਪ ਜੰਮਦਾ ਹੈ, ਪਰ ਆਪਾ ਹੀ ਰੁਸਨਾਉਂਦਾ ਹੈ। ਕਿਉਂ ਕਮੀਆਂ ਤੋਂ ਸ਼ਰਮਾਉਂਦਾ ਹੈ। ਇਹੀ ਸਾਡਾ ਸਦਾ ਨਾ ਰਹਿਣਗੇ ਮਦਹਾਲ ਮਰੇੜੇ। ਕਵੀ ਬੇੜੇ ਦੁੱਖ ਤੇ ਵਿਅੰਗ ਨਾਲ ਸੂਰਜ ਨੂੰ ਕਹਿੰਦਾ ਹੈ ਕਿ ਉਹ ਤਰੀਤ ਕਮੀਆਂ ਤੇ ਵੇੜੇ ਵਿੱਚ ਮੰਗਦਾ ਰਹੇ, ਪਰ ਉਹ ਉਹਨਾਂ ਵਿੱਚ ਵੀ ਕ੍ਰਾਂਤੀ ਦੀ ਗਰਮੀ ਪੈਦਾ ਕਰੇ। ਉਹ ਤਾਂ ਕੇਵਲ ਆਪਣੇ ਆਪ ਨੂੰ ਅੱਗ ਦੀਆਂ ਬਲਦੀਆਂ ਲਪਟਾਂ ਵਿੱਚ ਲਪੇਟਦਾ ਹੈ ਤੇ ਇਸੇ ਤਰ੍ਹਾਂ ਕਰਕੇ ਉਹ ਕੇਵਲ ਆਪਣਾ ਆਪਾ ਹੀ ਰੋਸ਼ਨ ਕਰਦਾ ਹੈ। ਪਤਾ ਨਹੀਂ ਉਹ ਕਮੀਆਂ ਦੇ ਜੀਵਨ ਨੂੰ ਰੁਸਨਾਉਣ ਤੋਂ ਕਿਉਂ ਸ਼ਰਮਾਉਂਦਾ ਹੈ, ਪਰੰਤੂ ਸਾਨੂੰ ਸਭ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਦਲਿਤ ਕਮੀਆਂ ਦੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਮੰਦੇ ਹਾਲ ਸਦਾ ਨਹੀਂ ਰਹਿਣੇ। ਉਹਨਾਂ ਦੇ ਬਦਲਣ ਲਈ ਇੱਕ ਦਿਨ ਕ੍ਰਾਂਤੀ ਜ਼ਰੂਰ ਆਵੇਗੀ, ਜਿਸ ਨਾਲ ਸਭ ਮੰਦਹਾਲੀ ਦੂਰ ਹੋ ਜਾਵੇਗੀ। ਇਸ ਵੀਡੀਓ ਨੂੰ ਬਾਰ-ਬਾਰ ਦੇਖੋ, ਸੁਣੋ ਤੇ ਸਮਝੋ।